ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਜੈਤਸਰੀ ਦੀ ਵਾਰ ਹੈ, 14 ਸ਼ਲੋਕ ਤੇ 14 ਪੌੜੀਆਂ 14 ਉੱਪਰ ਸੰਪੂਰਨ ਹੋ ਚੁੱਕੀਆਂ ਹਨ। 15ਵਾਂ ਸ਼ਲੋਕ ਪ੍ਰਾਰੰਭ ਹੋ ਰਿਹਾ, ਸਰਵਣ ਕਰੀਏ ਜੀ। ਵਾਹਿਗੁਰੂ ਜੀ। ਸ਼ਲੋਕ ਭਾਵੇ ਉਦੋਤ ਕਰਨੰ ਹਰ ਰਮਨੰ ਸੰਜੋਗ ਪੂਰਨ ਹੈ। ਭਾਵੀ ਕਹਿੰਦੇ ਨੇ ਜੋ ਹੋਣੀ ਹੈ, ਜੋ ਵਰਤਣੀ ਹੈ, ਜੋ ਹੋਣਾ ਉਹ ਹੋ ਕੇ ਹੀ ਰਹੇਗਾ, ਉਹਨੂੰ ਕਹਿੰਦੇ ਭਾਵੀ। ਭਾਵੀ ਨੂੰ ਨਹੀਂ ਕੋਈ ਰੋਕ ਸਕਦਾ। ਤੋ ਜਦੋਂ ਭਾਵੀ ਨੇ ਉਦੋਤ ਕੀਤਾ, ਉਦੋਤ ਦਾ ਮਤਲਬ ਹੁੰਦਾ ਮੇਰੇ ਜਿਹੜੇ ਕੀਤੇ ਹੋਏ ਪਿਛਲੇ ਪੂਰਬਲੇ ਜਨਮਾਂ ਦੇ ਕਰਮ ਸਨ ਉਹਨਾਂ ਨੂੰ ਪ੍ਰਗਟ ਕੀਤਾ। ਉਦੋਤ ਦਾ ਮਤਲਬ ਪੈਦਾ ਕੀਤਾ, ਪ੍ਰਗਟ ਕੀਤਾ ਭਾਵੀ ਨੇ। ਜਦੋਂ ਕਹਿੰਦੇ ਨਾ ਪੂਰਬਲੇ ਜਨਮਾਂ ਦੇ ਕਰਮ ਅੰਕੁਰਿਤ ਹੋਏ, ਉਹ ਫਲੀਭੂਤ ਹੋਏ, ਉੱਗੇ। ਪੂਰਬ ਜਨਮ ਅੰਕੁਰ ਜਬ ਪ੍ਰਗਟਿਓ, ਇਹ ਖੇਡ ਹੋਈ ਜਦੋਂ, ਤਾਂ ਕੀ ਹੋਇਆ? ਸਾਨੂੰ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਦਾ ਸੰਜੋਗ ਪ੍ਰਾਪਤ ਹੋਇਆ, ਸਤਿਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ। ਹਰ ਰਮਣੰ ਸੰਜੋਗ ਪੂਰਨ ਹੈ। ਸਤਿਪੁਰਸ਼ਾਂ ਦੇ ਸੰਜੋਗ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਦਾ ਸੰਜੋਗ ਪ੍ਰਾਪਤ ਹੋਇਆ ਕਿ ਅਸੀਂ ਹਰੀ ਦੇ ਨਾਮ ਨੂੰ, ਰਮਣੰ ਦਾ ਮਤਲਬ ਉਹਨੂੰ ਰਮੀਏ, ਉਹਦੇ ਵਿੱਚ ਭੇਦ ਹੋਣ ਦਾ ਸੰਜੋਗ ਬਣਾ ਦਿੱਤਾ ਭਾਵੀ ਨੇ ਜਦੋਂ ਸਾਡੇ ਕਰਮਾਂ ਨੂੰ ਬੂਰ ਲਾਇਆ, ਫਲ ਲਾਇਆ। ਜਿਸ ਤਰ੍ਹਾਂ ਦੇ ਕਰਮ ਅਸੀਂ ਕਰਦੇ ਹਾਂ ਉਹਦੇ ਕਰਮ ਦਾ ਜਿਹੜਾ ਫਲ ਹੈ ਉਹ ਅੰਕੁਰਿਤ ਹੁੰਦਾ ਹੈ। ਕਈ ਕਰਮਾਂ ਦਾ ਫਲ ਪੂਰਬਲੇ ਜਨਮਾਂ ਵਿੱਚ ਪ੍ਰਾਪਤ ਹੁੰਦਾ ਹੈ, ਪਰ ਮੇਰੀ ਇਹ ਧਾਰਨਾ ਹੈ ਕਿ ਇਸ ਜਨਮ ਦੇ ਵਿੱਚ ਵੀ ਕਈ ਕਰਮ ਜੋ ਅਸੀਂ ਕਰਦੇ ਹਾਂ ਉਹਦਾ ਫਲ ਵੀ ਨਾਲੋਂ ਨਾਲ ਪ੍ਰਾਪਤ ਹੁੰਦਾ ਚੱਲਿਆ ਜਾਂਦਾ। ਪੂਰਬਲੇ ਜਨਮਾਂ ਦੇ ਕਰਮ ਤਾਂ ਆਉਣਗੇ ਹੀ ਨਾਲ। ਇਸ ਜਨਮ ਦੇ ਵਿੱਚ ਵੀ ਅਗਰ ਅਸੀਂ, ਕਿਉਂਕਿ ਜਿਹੜਾ ਬੀਜ, ਇੱਕ ਬੀਜ ਬੀਜੀਏ ਤੇ ਸਾਲ ਬਾਅਦ ਉਗਦਾ। ਕਈ ਬੀਜ ਐਸੇ ਵੀ ਨੇ ਕੁਦਰਤ ਦੇ ਨਿਯਮ ਮੁਤਾਬਕ ਕਿ ਬੜੇ ਬੜੇ ਸਾਲਾਂ ਬਾਅਦ ਉਹ ਪੈਦਾ ਹੁੰਦੇ ਨੇ, ਕੁਝ 2 ਦਿਨਾਂ ਵਿੱਚ ਹੀ ਉਗ ਜਾਂਦੇ ਨੇ, ਕੁਝ 10 ਦਿਨਾਂ 'ਚ ਉਗਦੇ ਨੇ। ਅਸੀਂ ਵੀ ਜਿਹੜੇ ਕਰਮ ਕਰਦੇ ਹਾਂ, ਕਈ ਕਰਮ ਐਸੇ ਹੁੰਦੇ ਨੇ ਸਾਡੇ ਜਿਹੜੇ ਕਰਮਾਂ ਦਾ ਫਲ ਨਾਲੋਂ ਨਾਲ ਹੀ ਪ੍ਰਾਪਤ ਹੁੰਦਾ ਚੱਲਿਆ ਜਾਂਦਾ। ਇਸ ਕਰਕੇ ਸ਼ੁਭ ਕਰਮਾਂ ਦੇ ਵਿੱਚ ਹੀ ਪ੍ਰਵਿਰਤ ਹੋਣਾ ਚਾਹੀਦਾ। ਸ਼ੁਭ ਕਰਮਾਂ ਦਾ ਫਲ ਵੀ ਨਾਲੋਂ ਨਾਲ ਹੀ ਪ੍ਰਾਪਤ ਹੁੰਦਾ ਚੱਲਿਆ ਜਾਏਗਾ। ਪੂਰਬਲੇ ਜਨਮਾਂ ਦੇ ਕਰਮ ਤਾਂ ਅੰਕੁਰਿਤ ਹੋਣੇ ਹੀ ਨੇ, ਫਲੀਭੂਤ ਹੋਣੇ ਹੀ ਨੇ। ਉਦੇਸ਼ ਜਿਹੜਾ ਹੈ ਕਿਸੇ ਵੀ ਕਰਮ ਨੂੰ ਕਰਨ ਵੇਲੇ ਉਦੇਸ਼ ਸਹੀ ਹੋਣਾ ਚਾਹੀਦਾ। ਸਹੀ ਉਦੇਸ਼ ਮਾੜਾ ਨਹੀਂ ਹੋਣਾ ਚਾਹੀਦਾ, ਜਿਸ ਵਿੱਚ ਕਦੇ ਕਿਸੇ ਦੀ ਬੁਰਾਈ ਨਾ ਹੋਵੇ। ਉਦੇਸ਼ ਸਹੀ ਹੋਵੇ ਔਰ ਉਦੇਸ਼ ਨੂੰ ਸਹੀ ਰੱਖ ਕੇ ਕਰਮ ਕੀਤਾ ਜਾਏ, ਫਿਰ ਸਾਹਿਬ ਦੀ ਬਰਕਤ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਕੋਈ ਸਵਾਲ ਨਾ ਕਰੇਗਾ ਸਾਨੂੰ ਵੀ ਜੇ ਕਰਮਾਂ ਦਾ ਹੀ ਮਿਲਦਾ ਹੈ, ਪੂਰਬਲੇ ਜਨਮਾਂ ਦੇ ਕਰਮਾਂ ਦਾ ਮਿਲਦਾ ਹੈ, ਤੇ ਹੁਣ ਅਸੀਂ ਅਰਦਾਸਾਂ ਕਰਕੇ ਮੰਗਾਂ ਮੰਗਦੇ ਹਾਂ ਮਹਾਰਾਜ ਜੀ ਦੇ ਕੋਲੋਂ, ਕਿਵੇਂ ਮਿਲਣਗੀਆਂ ਜਦੋਂ ਸਾਡੇ ਕਰਮਾਂ 'ਚ ਨਹੀਂ ਹੈ? ਪੁੱਛੇਗਾ ਨਾ ਕੋਈ ਸਾਨੂੰ, ਫਿਰ ਤੁਸੀਂ ਅਰਦਾਸ ਕਿਉਂ ਕਰਦੇ ਹੋ ਬਈ? ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਕੋਈ ਮੰਗ ਮੰਗਦੇ ਹਾਂ, ਉਹਦੇ ਨਾਲ ਉਦੇਸ਼ ਸਹੀ ਹੋਵੇ ਤੇ ਉਹ ਇਸ ਜਨਮ ਦੇ ਵਿੱਚ, ਚਾਹੇ ਪੂਰਬਲੇ ਜਨਮਾਂ ਦੇ ਕਰਮ ਹੋਣ ਨਾ ਹੋਣ, ਇਸ ਜਨਮ ਦਾ ਕਰਮ ਬਣ ਜਾਏ, ਉਹਦਾ ਵੀ ਫਲ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਭਾਵੀ ਨੇ ਸਾਡੇ ਕਰਮਾਂ ਨੂੰ ਉਦੋਤ ਕੀਤਾ, ਫਲ ਲਾਇਆ, ਭਾਗ ਲਾਇਆ। ਸਾਨੂੰ ਪੂਰਨ ਪੁਰਖਾਂ ਦਾ ਸੰਜੋਗ ਪ੍ਰਾਪਤ ਹੋਇਆ ਔਰ ਉਹਨਾਂ ਦੇ ਸੰਜੋਗ ਵਿੱਚ ਰਾਮ ਦੇ ਨਾਮ ਵਿੱਚ ਰਮ ਜਾਣ ਦਾ, ਅਭੇਦ ਹੋ ਜਾਣ ਦਾ ਸਾਡਾ ਸੰਜੋਗ ਬਣਿਆ ਹੈ। ਓ ਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ। ਕਹਿਣ ਲੱਗੇ ਭਾਈ
ਜਿਨ੍ਹਾਂ ਨੂੰ ਉਸ ਗੋਪਾਲ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੋਏ, ਉਹਨਾਂ ਦਾ ਜੀਵਨ ਸਫਲ ਹੋ ਗਿਆ। ਗੋਪਾਲ ਦਰਸ ਭੇਟੰ ਸਫਲ, ਨਾਨਕ ਸੋ ਮਹੂਰਤ ਹੈ। ਸਫਲ ਜਿਹੜਾ ਨਾ ਦੋਹਾਂ ਪਾਸੇ ਲੱਗੇਗਾ। ਇਹ ਦਿੱਲੀ ਦੀਪਕ ਨਿਆਏ ਕਹਿੰਦੇ ਜਿਹੜੇ ਗੋਪਾਲ ਨੂੰ ਮਿਲਦੇ ਆ, ਗੋਪਾਲ ਦੇ ਦਰਸ਼ਨ ਕਰਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਉਹਨਾਂ ਦਾ ਉਹ ਮਹੂਰਤ, ਉਹ ਸਮਾਂ ਵੀ ਸਫਲ ਹੈ। ਕੋਈ ਪੁੱਛੇ ਜੀ ਕਿਹੜਾ ਸਮਾਂ ਸਫਲ ਹੁੰਦਾ, ਕਿਹੜੇ ਸਮੇਂ ਜਾ ਕੇ ਦਰਸ਼ਨ ਕਰੀਏ, ਤਾਂ ਮਹਾਰਾਜ ਜੀ ਕਹਿੰਦੇ ਜਿਹੜੇ ਸਮੇਂ ਜਾ ਕੇ ਦਰਸ਼ਨ ਕਰੋਗੇ ਉਹੀ ਸਮਾਂ ਸਫਲਾ ਹੈ। ਇਹ ਨਾ ਸੋਚੋ ਵੀ ਜੇ ਸਵੇਰੇ ਦਰਸ਼ਨ ਨਹੀਂ ਹੋਏ ਤੇ ਹੁਣ ਦੁਪਹਿਰ ਨੂੰ ਜਾਣ ਦਾ ਕੀ ਫਾਇਦਾ ਹੈ। ਸ਼ਾਮ ਨੂੰ ਜਦੋਂ ਵੀ ਸਾਹਿਬ ਦੇ ਦਰਸ਼ਨ ਕਰੋਗੇ ਉਦੋਂ ਹੀ ਉਹ ਮਹੂਰਤ ਸਫਲਾ ਤੇ ਧਨ ਹੈ, ਪਵਿੱਤਰ ਹੈ। ਵੈਸੇ ਮਹੂਰਤ ਜਿਹੜਾ ਹੁੰਦਾ ਨਾ ਉਹ 2 ਘੜੀਆਂ ਦਾ ਹੁੰਦਾ ਹੈ। ਮਹੂਰਤ ਕੱਢਿਆ ਜਾਂਦਾ ਪੰਡਿਆਂ ਵੱਲੋਂ ਜੀ ਇਹ ਸ਼ੁਭ ਮਹੂਰਤ। ਉਹ ਸ਼ੁਭ ਮਹੂਰਤ ਦੀਆਂ 2 ਘੜੀਆਂ ਹੁੰਦੀਆਂ ਨੇ, 24 ਮਿੰਟਾਂ ਦੇ, ਯਾਨੀ ਕਿ 48 ਮਿੰਟਾਂ ਦਾ ਇੱਕ ਮਹੂਰਤ ਹੁੰਦਾ ਹੈ। ਘੱਟੋ ਘੱਟ ਇੰਨਾ ਕੁ ਸਮਾਂ ਤਾਂ ਗੁਰੂ ਕੀ ਹਜ਼ੂਰੀ ਵਿੱਚ ਸਾਡਾ ਬੀਤਣਾ ਚਾਹੀਦਾ, ਗੁਰਦੇਵ ਦੇ ਦਰਸ਼ਨ ਕਰਦੇ ਤਾਂ ਜੋ ਉਹ ਮਹੂਰਤ ਸਫਲ ਹੋ ਜਾਏ। ਹਾਂ, ਜੋ ਬਹੁਤ ਰੁਝੇਵੇਂ ਹਨ ਜ਼ਿੰਦਗੀ ਦੇ, ਕਾਰ ਵਿਹਾਰ ਨੇ ਭਾਈ, ਫਿਰ ਤਾਂ ਦਰਸ਼ਨ ਕਰਕੇ ਨਮਸਕਾਰ ਕਰਕੇ ਚਲੇ ਜਾਓ। ਪਰ ਜੇ ਸਮਾਂ ਹੈ ਤਾਂ ਘੱਟੋ ਘੱਟ 2 ਘੜੀਆਂ ਦਾ ਸਮਾਂ ਤਾਂ ਗੁਰੂ ਸੰਗਤ ਵਿੱਚ ਬਤੀਤ ਹੋਵੇ। ਕਥਾ ਦੁਆਰਾ, ਕੀਰਤਨ ਦੁਆਰਾ, ਬਾਣੀ ਪੜ੍ਹਦਿਆਂ, ਇਹ 2 ਘੜੀਆਂ ਗੁਰੂ ਕੀ ਸੰਗਤ ਵਿੱਚ। ਪੁਰਾਣੇ ਸਮਿਆਂ 'ਚ ਸਿੰਘ 5 ਸ਼ਬਦ ਸੁਣਦੇ ਸੀ ਕੀਰਤਨ ਦੇ। ਕੀਰਤਨ ਹੋਣਾ 5 ਸ਼ਬਦ ਬਹਿ ਕੇ ਸੁਣਨੇ। ਜਦੋਂ ਰਾਗੀ ਸਿੰਘ ਨੇ 5 ਸ਼ਬਦ ਪੜ੍ਹ ਦੇਣੇ ਫਿਰ ਉਹਨਾਂ ਨੇ ਸੁਣ ਕੇ ਉੱਠਣਾ। ਘੱਟੋ ਘੱਟ 5, ਬਹੁਤ ਜ਼ਿਆਦਾ ਐਮਰਜੈਂਸੀ ਹੋਣੀ ਤੇ 1 ਸ਼ਬਦ ਜ਼ਰੂਰ ਸੁਣਨਾ ਕੀਰਤਨ ਦਾ। 1 ਸ਼ਬਦ ਸੁਣ ਕੇ ਚਲੇ ਜਾਣਾ। ਹਾਜ਼ਰੀ ਲੱਗਦੀ ਹੈ, ਏਦਾਂ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਲੱਗਦੀ। ਕੁਝ ਸਮੇਂ ਲਈ ਜ਼ਰੂਰ ਇਕੱਤਰ ਹੋ ਕੇ ਗੁਰੂ ਕੀ ਸੰਗਤ 'ਚ ਬੈਠਣਾ ਚਾਹੀਏ। ਕਹਿੰਦੇ ਉਹ ਮਹੂਰਤ ਸਫਲ ਹੈ, ਉਹ 2 ਘੜੀਆਂ ਸਫਲ ਨੇ ਜਿਹੜੀਆਂ ਮਹਾਰਾਜ ਜੀ ਦੀ ਸੰਗਤ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਬਤੀਤ ਹੋਵਣ। ਕੀ ਮਨ ਸਕਾ ਪਾਏ, ਸੁਖ ਮਿਤੇ ਹੋ ਬਾਹਰੇ। ਗੁਰੂ ਖਾਲਸਾ ਜੀ, ਜਿਹੜੀਆਂ ਇਹ 2 ਘੜੀਆਂ ਜਾਂ ਜਿਹੜਾ ਸਮਾਂ ਗੁਰੂ ਕੀ ਸੰਗਤ ਵਿੱਚ ਬਤੀਤ ਹੁੰਦਾ ਨਾ, ਇਹਨੂੰ ਦੁਨੀਆ ਦੀ ਕਿਸੇ ਕੀਮਤ ਨਾਲ ਅੰਕਿਆ ਨਹੀਂ ਜਾ ਸਕਦਾ ਵੀ ਇਹਦੀ ਕੀ ਕੀਮਤ ਹੈ, ਇਹਦਾ ਕੀ ਮੁੱਲ ਹੈ। ਔਰ ਇਹਦੇ ਵਿੱਚੋਂ ਜਿਹੜਾ ਸੁੱਖ ਪ੍ਰਾਪਤ ਹੁੰਦਾ ਹੈ, ਉਹ ਸੁੱਖ ਵੀ ਦੁਨੀਆ ਦੀ ਕਿਸੇ ਪੈਮਾਨੇ ਦੇ ਨਾਲ ਮਾਪਿਆ ਨਹੀਂ ਜਾ ਸਕਦਾ। ਵੈਸੇ ਮਹਾਂਪੁਰਸ਼ਾਂ ਨੇ ਦੱਸਿਆ ਵੀ ਸਾਧ ਸੰਗਤ ਵਿੱਚ ਇੱਕ ਘੜੀ ਦਾ ਸੁੱਖ ਕਿੱਡਾ ਵੱਡਾ ਸੁੱਖ ਹੁੰਦਾ। ਉਹ ਕਹਿੰਦੇ ਵੀ ਦੁਨੀਆ ਵਿੱਚ ਇੱਕ ਸ਼ਾਹੂਕਾਰ ਨੂੰ ਜਿੰਨਾ ਸੁੱਖ ਹੈ, ਉਹਦੇ ਨਾਲੋਂ ਕਈ ਗੁਣਾ ਸੁੱਖ ਇੱਕ ਸੂਬੇ ਦੇ ਰਾਜੇ ਨੂੰ ਹੈ। ਇੱਕ ਸੂਬੇ ਦੇ ਰਾਜੇ ਨੂੰ ਜਿੰਨਾ ਸੁੱਖ ਹੈ, ਉਹਦੇ ਨਾਲੋਂ ਕਈ ਗੁਣਾ ਵੱਧ ਸੁੱਖ ਦੇਸ਼ ਦੇ ਇੱਕ ਰਾਜੇ ਨੂੰ ਹੈ। ਇੱਕ ਦੇਸ਼ ਦੇ ਰਾਜੇ ਨੂੰ ਜਿਤਨਾ ਸੁੱਖ ਹੈ, ਉਹਦੇ ਨਾਲੋਂ 100 ਗੁਣਾ ਵੱਧ ਸੁੱਖ ਅਜਾਨ ਦੇਵ ਨੂੰ ਹੈ। ਅਜਾਨ ਦੇਵ ਨੂੰ ਜਿਤਨਾ ਸੁੱਖ ਹੈ, ਉਹਦੇ ਨਾਲੋਂ 100 ਗੁਣਾ ਵੱਧ ਸੁੱਖ ਦਿਸ਼ਾਪਾਲ ਨੂੰ ਹੈ। ਦਿਸ਼ਾਪਾਲ ਨੂੰ ਜਿਤਨਾ ਸੁੱਖ ਹੈ, ਉਹਦੇ ਨਾਲੋਂ 100 ਗੁਣਾ ਵੱਧ ਸੁੱਖ ਸਵਰਗਪੁਰੀ ਵਿੱਚ ਰਹਿਣ ਵਾਲੇ ਗੰਧਰਵ ਨੂੰ ਹੈ। ਗੰਧਰਵ ਨੂੰ ਜਿਤਨਾ ਸੁੱਖ ਹੈ, ਉਹਦੇ ਨਾਲੋਂ 100 ਗੁਣਾ ਵੱਧ ਸੁੱਖ ਇੰਦਰ ਨੂੰ ਹੈ। ਇੰਦਰ ਨੂੰ ਜਿਤਨਾ ਸੁੱਖ ਹੈ, ਉਹਦੇ ਨਾਲੋਂ 100 ਗੁਣਾ ਵੱਧ ਸੁੱਖ ਉਹਨਾਂ ਦੇ ਦੇਵਤੇ ਗੁਰੂ ਬ੍ਰਹਸਪਤੀ ਨੂੰ ਹੈ। ਬ੍ਰਹਸਪਤੀ ਨੂੰ ਜਿਤਨਾ ਸੁੱਖ ਹੈ, ਉਹਦੇ ਨਾਲੋਂ 100 ਗੁਣਾ ਵੱਧ ਸੁੱਖ ਦਕਸ਼ ਪ੍ਰਜਾਪਤੀ ਨੂੰ ਹੈ। ਇਸੇ ਤਰ੍ਹਾਂ ਉਹਨੂੰ ਜਿੰਨਾ ਸੁੱਖ ਹੈ, ਉਹਦੇ ਨਾਲੋਂ ਵੀ 100 ਗੁਣਾ ਵੱਧ ਸੁੱਖ ਬ੍ਰਹਮਾ ਜੀ ਨੂੰ ਹੈ, ਵਿਸ਼ਨੂੰ ਜੀ ਨੂੰ ਹੈ। ਤੇ ਵਿਸ਼ਨੂੰ ਜੀ ਨੂੰ ਜਿਤਨਾ ਸੁੱਖ ਪ੍ਰਾਪਤ ਹੁੰਦਾ ਹੈ,
ਉਹਦੇ ਨਾਲੋਂ ਵੀ 100 ਗੁਣਾ ਵੱਧ ਸੁਖ ਸਾਧ ਸੰਗਤ ਵਿੱਚ ਇੱਕ ਘੜੀ ਕਥਾ ਕੀਰਤਨ ਸੁਣਨ ਦਾ ਹੈ। ਏਦਾਂ ਪੈਮਾਨਾ ਬਣਾਉਂਦੇ ਆ ਮਹਾਂਪੁਰਸ਼। ਇਸ ਨੂੰ ਕਿਸੇ ਪੈਮਾਨੇ ਦੁਆਰਾ ਜੋ ਸੰਗਤ ਵਿੱਚ ਸੁਖ ਪ੍ਰਾਪਤ ਹੁੰਦਾ ਹੈ, ਇਸ ਨੂੰ ਕਿਸੇ ਪੈਮਾਨੇ ਦੁਆਰਾ ਕਿਸੇ ਮਿਥੀ ਹੋਈ ਹੱਦ ਮਰਿਆਦਾ ਦੇ ਮੁਤਾਬਕ ਮਿਣਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ। ਨਾਨਕ ਸਾਵੇ ਲੜੇ ਪਰਵਾਣ, ਜਿਤ ਮੈਂ ਲੰਦੜੋ ਮਾਪੇਰੇ। ਕਹਿੰਦੇ ਉਹ ਵੇਲੜਾ, ਉਹ ਵੇਲੜੀ ਦਾ ਮਤਲਬ ਉਹ ਵੇਲਾ, ਉਹ ਸਮਾਂ ਪ੍ਰਵਾਨ ਹੈ ਜਿਸ ਸਮੇਂ ਆ ਕੇ ਤੁਸੀਂ ਆਪਣੇ ਪਿਰ ਵਾਹਿਗੁਰੂ ਪਰਮੇਸ਼ਰ ਨੂੰ ਮਿਲਦੇ ਹੋ, ਸਾਹਿਬ ਦੇ ਦਰਸ਼ਨ ਕਰਦੇ। ਉਹ ਸਮਾਂ ਪ੍ਰਵਾਨ ਹੈ, ਉਹ ਸਮਾਂ ਸੋਭਨੀਕ ਹੈ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਧਨ ਸੋ ਵੇਲਾ ਦੇ ਜਿਤ ਦਰਸ਼ਨ ਕਰਨਾ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ। ਹਉ ਬਲਿਹਾਰੀ ਸਤਿਗੁਰ ਚਰਣਾ, ਹਉ ਬਲਿਹਾਰੀ ਸਤਿਗੁਰ ਚਰਣਾ। ਹਉ ਬਲਿਹਾਰੇ ਸਤਿਗੁਰ ਚਰਣਾ, ਹਉ ਬਲਿਹਾਰੇ ਸਤਿਗੁਰ ਚਰਣਾ। ਇਹ ਵੇਲਾ ਪ੍ਰਵਾਨ ਹੈ। ਪਾਤਸ਼ਾਹ ਕਹਿੰਦੇ ਭਾਈ ਇਹ ਵੇਲੜਾ ਪ੍ਰਵਾਨ ਹੈ, ਇਹ ਸਮਾਂ ਪ੍ਰਵਾਨ ਹੈ ਜਿਸ ਸਮੇਂ ਅਸੀਂ ਆਪਣੇ ਪਿਰ ਨੂੰ, ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਮਿਲਦੇ ਹਾਂ। ਓੜੇ ਸਾ ਵੇਲਾ ਕਹੋ ਕੌਣ ਹੈ, ਜਿਤ ਪ੍ਰਭ ਕੋ ਪਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾ ਵੇਲਾ ਕਹੋ ਕੌਣ ਹੈ, ਉਹ ਵੇਲਾ ਕਿਹੜਾ ਹੈ? ਜੇ ਕੋਈ ਪੁੱਛੇ ਵੀ ਕਿਸ ਵੇਲੇ ਜਾਈਏ ਦਰਸ਼ਨ ਕਰਨ ਜੀ, ਕਿਸ ਵੇਲੇ ਆਪਣੇ ਮਾਲਕ ਦੇ ਦਰਸ਼ਨ ਭੇਟੀਏ, ਪ੍ਰਾਪਤ ਕਰੀਏ, ਕਿਹੜਾ ਸਮਾਂ ਹੈ ਜੀ ਜਿਹਦੇ ਨਾਲ ਅਸੀਂ ਪ੍ਰਭੂ ਦੀ ਪ੍ਰਾਪਤੀ ਕਰੀਏ? ਸੋ ਮੂਰਤ ਭਲਾ ਸੰਜੋਗ ਹੈ, ਜਿਤ ਮਿਲੈ ਗੁਸਾਏ। ਮਹਾਰਾਜ ਜੀ ਕਹਿੰਦੇ ਵੇਲਾ ਵਕਤ ਨਾ ਵਿਚਾਰੋ, ਅਸਲ ਵਿੱਚ ਉਹੀ ਵੇਲਾ, ਉਹੀ ਮਹੂਰਤ ਭਲਾ, ਉਹ ਸੰਜੋਗ ਭਲਾ। ਸੰਜੋਗ ਵੀ ਬਣਦਾ ਨਾ, ਸਬੱਬ ਜਿਹਨੂੰ ਕਹਿ ਦਿੰਦੇ ਆ, ਜਿਸ ਸਬੱਬ ਨਾਲ ਦਰਸ਼ਨ ਹੋਣ, ਉਹ ਸੰਜੋਗ ਵੀ ਭਲਾ, ਉਹ ਸਬੱਬ ਵੀ ਚੰਗਾ। ਕਿਸੇ ਨੇ ਘਰ ਬਣਾਇਆ, ਸਬੱਬ ਬਣ ਗਿਆ, ਮਹਾਰਾਜ ਜੀ ਦੇ ਚਰਨ ਪਵਾਏ ਦਰਸ਼ਨ। ਕਿਸੇ ਦੇ ਘਰ 'ਚ ਕੋਈ ਸਮਾਗਮ ਹੈ, ਗੁਰੂ ਸਾਹਿਬ, ਉਹ ਸਬੱਬ ਬਣ ਗਿਆ, ਉਹ ਸਬੱਬ ਵੀ ਭਲਾ। ਗੁਰਪੁਰਬ ਹੈ, ਮਹਾਰਾਜ ਜੀ ਦਾ ਜਾਪ ਦਰਸ਼ਨ ਕਰ ਲਏ। ਸੰਗਰਾਂਦ ਦਾ ਦਿਨ ਆ ਗਿਆ, ਚਲੋ ਜੀ ਅੱਜ ਮਹਾਰਾਜ ਜੀ, ਉਹ ਸਬੱਬ ਵੀ ਭਲੇ ਨੇ, ਉਹ ਸੰਜੋਗ ਵੀ ਭਲੇ ਨੇ। ਜਿਹਦੇ ਨਾਲ ਸੰਜੋਗ ਬਣਦਾ ਉਹ ਵੇਲਾ ਵੀ ਧਨ ਹੈ, ਉਹ ਮਹੂਰਤ ਵੀ ਧਨ ਤੇ ਸਫਲਾ ਹੈ, ਜਿਸ ਵੇਲੇ ਆ ਕੇ ਆਪਣੇ ਗੁਸਾਈ ਦੇ ਦਰਸ਼ਨ ਕਰੀਏ, ਸਾਹਿਬ ਦੇ ਦੀਦਾਰ ਕਰੀਏ। ਆਠ ਪਹਿਰ ਹਰ ਧਿਆਏ ਕੈ, ਮਨ ਇੱਛ ਪੂਜਾਏ। ਕਹਿੰਦੇ ਅੱਠੇ ਪਹਿਰ ਆਪਣੇ ਪ੍ਰਭੂ ਨੂੰ ਧਿਆ ਕੇ ਮਨ ਦੀਆਂ ਇੱਛਾਵਾਂ ਪੂਰਨ ਹੁੰਦੀਆਂ ਹਨ। ਜਦੋਂ ਅੱਠੇ ਪਹਿਰ ਨਿਰੰਤਰ ਇੱਕ ਰਸ ਆਪਣੇ ਪ੍ਰਭੂ ਨੂੰ ਧਿਆਈਏ ਤਾਂ ਮਨ ਦੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ ਹਨ। ਵੱਡਾ ਭਾਗ ਸਤ ਸੰਗ ਹੋਏ, ਨਿਵ ਲਾਗਾ ਪਾਏ। ਵੱਡਿਆਂ ਭਾਗਾਂ ਕਰਕੇ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਗੁਰਮੁਖੋ, ਵੱਡਿਆਂ ਭਾਗਾਂ ਕਰਕੇ। ਤੇ ਕਹਿੰਦੇ ਇਹੋ ਜੀ ਸਾਧ ਸੰਗਤ ਜਿਹੜੀ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ, ਮੈਂ ਸਾਧ ਸੰਗਤ ਦੇ ਚਰਨਾਂ 'ਚ ਨਿਵ ਨਿਵ ਕੇ ਨਮਸਕਾਰਾਂ ਕਰਾਂ। ਨਿਵ ਲਾਗਾ ਪਾਈ, ਮੈਂ ਨਿਵ ਕੇ ਉਹਨਾਂ ਦੇ ਪੈਰੀ ਲੱਗਾ, ਸਤ ਸੰਗੀਆਂ ਦੇ। ਸਾਧ ਸੰਗਤ ਨੂੰ ਨਮਸਕਾਰ ਕਰਦਾ ਹਾਂ ਨਿਵ ਨਿਵ ਕੇ, ਝੁਕ ਝੁਕ ਕੇ, ਜਿਹੜੀ ਸੰਗਤ ਬੜਿਆਂ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਉਹਨੂੰ ਨਿਵ ਕੇ ਨਮਸਕਾਰ ਕਰਦਾ, ਸੀਸ ਝੁਕਾ ਕੇ ਪ੍ਰਣਾਮ ਕਰਦਾ ਹਾਂ। ਮਨ ਦਰਸ਼ਨ ਕੇ ਪਿਆਸ ਹੈ, ਨਾਨਕ ਬਲ ਜਾਏ। ਮੇਰੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਹੈ, ਨਿਰੰਕਾਰ ਦੇ ਦੀਦਾਰਾਂ ਦੀ ਪਿਆਸ ਹੈ। ਔਰ ਹੇ ਸਾਹਿਬ, ਤੁਹਾਡੇ ਦਰਸ਼ਨ ਹੋਣ ਤੇ ਮੈਂ ਤੁਹਾਡੇ ਤੋਂ ਬਲ ਬਲ ਜਾਵਾਂ, ਬਲਿਹਾਰ ਜਾਵਾਂ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ।
ਮਹਾਰਾਜ ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂ, ਤੁਹਾਡੇ ਤੋਂ ਵਾਰੇ-ਵਾਰੇ ਜਾਵਾਂ, ਤੁਹਾਡੇ ਦਰਸ਼ਨ ਹੋਣ ਤਾਂ ਮੈਂ ਤੁਹਾਡੇ ਤੋਂ ਬਲ-ਬਲ ਜਾਵਾਂ। ਸ਼ਲੋਕ ਪਤਤ ਪੁਨੀਤ ਗੋਬਿੰਦ ਹੈ, ਸਰਬ ਦੋਖ ਨਿਵਾਰਨ ਹੈ। ਮੇਰਾ ਸੁਆਮੀ ਪਤਤਾਂ ਨੂੰ ਪੁਨੀਤ ਕਰਨ ਵਾਲਾ ਹੈ। ਜਿਹੜੇ ਪਤਤ ਨੇ ਨਾ ਪਾਪੀ, ਉਹਨਾਂ ਨੂੰ ਪੁੰਨੀ ਬਣਾਉਣ ਵਾਲੇ ਨੇ ਮੇਰੇ ਗੋਬਿੰਦ ਜੀ। ਸੱਜਣ ਠੱਗ ਪਾਪੀ ਸੀ, ਕੌਡਾ ਰਾਖਸ਼ ਪਾਪੀ ਸੀ, ਮੇਰੇ ਸਾਹਿਬ ਨੇ ਉਹਨਾਂ ਪਾਪੀਆਂ ਨੂੰ ਪੁੰਨੀ ਬਣਾ ਦਿੱਤਾ, ਦੇਵਤੇ ਬਣਾ ਦਿੱਤਾ। ਐਸੇ ਨੇ ਮੇਰੇ ਸੁਆਮੀ। ਪਤਤਾਂ ਨੂੰ ਪੁਨੀਤ ਕਰਨ ਵਾਲੇ ਨੇ ਮੇਰੇ ਗੋਬਿੰਦ ਜੀ। ਸਰਬ ਦੋਖ ਨਿਵਾਰਨ ਹੈ, ਸਾਡੇ ਸਾਰੇ ਦੋਸ਼ਾਂ ਨੂੰ ਨਿਵਾਰਨ ਵਾਲੇ ਨੇ, ਸਾਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰਨ ਵਾਲੇ ਨੇ, ਸਾਡਿਆਂ ਦੋਸ਼ਾਂ ਨੂੰ ਨਿਵਾਰਨ ਦੀ ਸਮਰੱਥਾ ਰੱਖਣ ਵਾਲੇ ਮਾਲਕ ਹਨ। ਸਾਰਣ ਸੂਰ ਭਗਵਾਨ ਹੈ, ਜਪੰਤ ਨਾਨਕ ਹਰ ਹਰ ਹਰੇ। ਮੇਰੇ ਭਗਵਾਨ ਜੀ ਸ਼ਰਨ ਸੂਰੇ ਨੇ, ਸ਼ਰਨ ਸੂਰੇ। ਸ਼ਰਨ ਸੂਰ ਪਤਾ ਕਿਹਨੂੰ ਕਹਿੰਦੇ ਆ? ਜਿਹੜਾ ਆਪਣੀ ਸ਼ਰਨ ਆਏ ਨੂੰ ਰੱਖਣ ਦੀ ਸਮਰੱਥਾ ਰੱਖਦਾ ਹੋਵੇ ਉਹਨੂੰ ਸ਼ਰਨ ਸੂਰ ਕਹਿੰਦੇ ਨੇ। ਜਿਹਦੇ ਕੋਲ ਸ਼ਰਨ 'ਚ ਰੱਖਣ ਦੀ, ਸਰਕਾਰ ਦਾ ਕੋਈ ਬਾਗੀ ਹੋਵੇ, ਸਰਕਾਰ ਦਾ ਕੋਈ ਬਾਗੀ ਹੋਵੇ, ਉਹਨੂੰ ਕਿਸੇ ਨੇ ਆਪਣੇ ਕੋਲ ਸ਼ਰਨ ਰੱਖੀ ਦਿੱਤੀ ਹੋਵੇ ਨਾ, ਉਹਦੇ ਤੇ ਪਨਾਹ ਦਾ ਕੇਸ ਪਾ ਕੇ ਅੰਦਰ ਕਰ ਦਿੰਦੇ ਆ। ਸ਼ਰਨ 'ਚ ਰੱਖਣ ਦੀ ਸਮਰੱਥਾ ਵੀ ਕਿਸੇ ਕਿਸੇ ਕੋਲ ਹੀ ਹੁੰਦੀ ਹੈ ਨਾ। ਤੇ ਮੇਰੇ ਸੁਆਮੀ ਅਕਾਲ ਪੁਰਖ ਵਾਹਿਗੁਰੂ ਜੀ ਸ਼ਰਨ ਸੂਰੇ ਨੇ। ਉਹ ਹਰ ਇੱਕ ਨੂੰ ਆਪਣੀ ਸ਼ਰਨ 'ਚ ਰੱਖਣ ਦੀ ਸਮਰੱਥਾ ਰੱਖਦੇ ਨੇ। ਉਹ ਸਾਰਿਆਂ ਨੂੰ ਆਪਣੀ ਸ਼ਰਨ 'ਚ ਰੱਖਣਾ ਜਾਣਦੇ ਨੇ। ਜਿਹੜਾ ਉਹਨਾਂ ਦੀ ਸ਼ਰਨ ਆ ਜਾਏ ਉਹਨੂੰ ਰੱਖ ਲੈਂਦੇ ਨੇ। ਐਸੇ ਸ਼ਰਨ ਸੂਰੇ ਨੇ। ਐਸੇ ਸ਼ਰਨ ਸੂਰ ਭਗਵਾਨ ਜੀ ਕਹਿੰਦੇ ਮੈਂ ਉਹਨਾਂ ਨੂੰ ਮਨ ਕਰਕੇ ਵੀ ਜਪਦਾ, ਬਚਨ ਕਰਕੇ ਵੀ ਜਪਦਾ ਹਾਂ ਤੇ ਕਰਮ ਕਰਕੇ ਵੀ ਜਪਦਾ ਹਾਂ। 3 ਵਾਰੀ ਆਇਆ ਨਾ, ਹਰ ਹਰ ਹਰੇ। ਮਨ ਬਚ ਕਰਮ ਕਰਕੇ ਮੈਂ ਤਿਨਾਂ ਦੇ ਜਾਪ ਨੂੰ ਜਪਦਾ ਹਾਂ। ਛੱਡਿਓ ਹਬ ਆਪ, ਲੱਗੜੋ ਚਰਣਾ ਪਾਸ। ਮੈਂ ਆਪਣੇ ਮਾਲਕ ਦੇ ਚਰਨਾਂ ਨਾਲ ਜੁੜ ਗਿਆ ਤੇ ਆਪਣਾ ਆਪ ਛੱਡ ਦਿੱਤਾ। ਮੈਂ ਆਪਣੇ ਅੰਦਰੋਂ ਆਪਣੇ ਆਪੇ ਭਾਵ ਨੂੰ ਤਿਆਗ ਦਿੱਤਾ, ਮੈਂ ਮੇਰੀ ਨੂੰ ਤਿਆਗ ਦਿੱਤਾ ਹੈ ਔਰ ਆਪਣੇ ਮਾਲਕ ਦੇ ਚਰਨਾਂ ਨਾਲ ਆ ਕੇ ਲੱਗ ਗਿਆ ਹਾਂ, ਜੁੜ ਗਿਆ ਹਾਂ। ਜੇ ਚਰਨੀ ਲੱਗਣਾ ਸਾਹਿਬ ਦੇ ਤੇ ਫਿਰ ਆਪਣਾ ਆਪਾ ਛੱਡਣਾ ਪੈਣਾ ਗੁਰਮੁਖੋ। ਆਪਣੇ ਆਪੇ ਭਾਵ ਦਾ ਤਿਆਗ ਕਰਨਾ ਪੈਣਾ। ਮੈਂ ਕੀ ਹਾਂ, ਮੈਂ ਕਿਹੜੀ ਬਰਾਦਰੀ 'ਚ ਜੰਮਿਆ, ਮੇਰੀ ਕੀ ਜਾਤੀ ਹੈ, ਮੇਰਾ ਕੀ ਸਟੇਟਸ ਹੈ, ਮੇਰਾ ਕੀ ਰੁਤਬਾ ਹੈ, ਇਹ ਸਭ ਕੁਝ ਛੱਡ ਕੇ ਗੁਰੂ ਦੇ ਚਰਨਾਂ ਨਾਲ ਲੱਗਿਆ ਜਾ ਸਕਦਾ। ਮੈਂ ਆਪਣਾ ਆਪਾ ਭਾਵ ਛੱਡ ਕੇ ਆਪਣੇ ਮਾਲਕ ਦੇ ਚਰਣੀ ਆ ਲੱਗਾ ਹਾਂ। ਨਠੜੋ ਦੁਖ ਤਾਪ, ਨਾਨਕ ਪ੍ਰਭ ਪੇਖੰਦਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਆਪਣੇ ਪ੍ਰਭੂ ਦੇ ਜਦੋਂ ਦਰਸ਼ਨ ਕੀਤੇ ਤੇ ਮੇਰੇ ਸਾਰੇ ਦੁੱਖ ਤੇ ਤਾਪ ਨੱਠ ਗਏ, ਨਿਰਵਿਰਤ ਹੋ ਗਏ। ਦਰਸ਼ਨ ਕਰਦਿਆਂ ਹੀ ਨਾ ਕੋਈ ਦੁੱਖ ਰਿਹਾ ਤੇ ਨਾ ਕੋਈ ਤਾਪ ਰਿਹਾ। ਤਿੰਨੇ ਤਾਪ ਵੀ ਦੂਰ ਹੋ ਗਏ ਤੇ ਸਾਰੇ ਦੁੱਖ ਵੀ ਨੱਠ ਗਏ, ਦੂਰ ਹੋ ਗਏ। ਪੌੜੇ ਮੇਲ ਲਹੋ ਦਇਆਲ, ਢਹਿ ਪੈ ਦੁਆਰਿਆ। ਬੇਨਤੀ ਕਰੋ ਆਪਣੇ ਮਾਲਕ ਦੇ ਚਰਨਾਂ 'ਚ ਆ ਕੇ ਅਰਦਾਸ ਕਰੋ। ਕੀ ਅਰਦਾਸ ਕਰੋ? ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਅਰਦਾਸ ਕਰੋ, ਹੇ ਦਿਆਲੂ, ਹੇ ਕਿਰਪਾਲੂ ਸੁਆਮੀ, ਕਿਰਪਾ ਕਰੋ ਸਾਨੂੰ ਮੇਲ ਲਓ, ਅਸੀਂ ਤੁਹਾਡੇ ਦੁਆਰੇ ਤੇ ਆ ਕੇ ਢਹਿ ਪਏ ਹਾਂ, ਟੱਟ ਪਏ। ਸਾਨੂੰ ਢਹਿ ਪਿਆਂ ਨੂੰ ਕਿਰਪਾ ਕਰਕੇ ਆਪਣੇ ਨਾਲ ਮੇਲ ਲਓ, ਅਸੀਂ ਤੁਹਾਡੇ ਦੁਆਰ ਤੇ ਆ ਕੇ ਢਹਿ ਪਏ ਹਾਂ। ਅਬ ਹਮ ਚਲੀ ਠਾਕੁਰ ਪੈ ਹਾਰ। ਮਹਾਰਾਜ ਤੁਹਾਡੇ ਦੁਆਰ ਤੇ ਆਣ ਕੇ ਢਹਿ ਪਏ ਹਾਂ। ਹੇ ਮੇਰੇ ਦਿਆਲੂ ਕਿਰਪਾਲੂ ਸੁਆਮੀ ਜੀ, ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਵੋ। ਰੱਖ ਲੈ ਵੋ ਦੀਨ ਦਇਆਲ, ਭ੍ਰਮਤ ਬਹੁ ਹਾਰਿਆ। ਇਹ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਦਿਆਲੂ ਸੁਆਮੀ ਜੀ, ਰੱਖ ਲੋ,
ਰੱਖ ਲੋ ਮਹਾਰਾਜ, ਰੱਖ ਲੋ, ਤੁਹਾਡੀ ਸ਼ਰਨ ਵਿੱਚ ਆ। ਰੱਖ ਲੇਵੋ ਦੀਨ ਦਿਆਲ। ਮਹਾਰਾਜ ਬੜਾ ਸਮਾਂ ਹੋ ਗਿਆ ਭਰਮਦਿਆਂ, ਤੇ ਹੁਣ ਅਸੀਂ ਭਰਮ ਕੇ ਹਾਰ ਗਏ ਹਾਂ। ਬੜਾ ਸਮਾਂ ਹੋ ਗਿਆ ਭਰਮਦਿਆਂ, ਤੇ ਭਰਮਦਿਆਂ ਮਹਾਰਾਜ ਜੀ ਹੁਣ ਹਾਰ ਪਏ ਆ ਤੁਹਾਡੀ ਸ਼ਰਨ 'ਚ। ਕਿਰਪਾ ਕਰੋ ਦਿਆਲੂ ਸੁਆਮੀ ਜੀ, ਸਾਨੂੰ ਆਵਾ ਗਾਉਣ ਦੇ ਚੱਕਰਾਂ ਤੋਂ ਰੱਖ ਲੋ, ਜਨਮ ਮਰਨ ਤੋਂ ਬਚਾ ਲਵੋ। ਭਗਤ ਵਛਲ ਤੇਰਾ ਬਿਰਦ, ਹਰ ਪਤਤ ਉਧਾਰਿਆ। ਮਹਾਰਾਜ ਤੁਹਾਡਾ ਬਿਰਦ ਹੈ ਭਗਤ ਵਛਲ, ਭਗਤ ਵਤਸ਼ਲ ਹੋ ਤੁਸੀਂ ਮਹਾਰਾਜ। ਭਗਤ ਵਛਲ ਤੇਰਾ ਬਿਰਦ, ਤੁਹਾਡਾ ਬਿਰਦ ਹੈ ਕਿ ਭਗਤਾਂ ਨੂੰ ਪਾਲਣਾ। ਤੁਹਾਡੇ ਜਿਹੜੇ ਭਗਤ ਨੇ ਉਹਨਾਂ ਦੇ ਤੁਸੀਂ ਪਿਆਰੇ ਹੋ। ਤੇ ਪਰ ਮਹਾਰਾਜ ਜਿੱਥੇ ਤੁਸੀਂ ਭਗਤ ਵਛਲ ਹੋ, ਉੱਥੇ ਤੁਸੀਂ ਮੇਰੇ ਵਰਗੇ ਪਤਤਾਂ ਨੂੰ, ਪਾਪੀਆਂ ਨੂੰ ਉਧਾਰਨ ਵਾਲੇ ਪਤਤ ਪਾਵਨ ਵੀ ਹੋ। ਕਿਉਂਕਿ ਭਗਤੀ ਤਾਂ ਹੈ ਨਹੀਂ ਮੇਰੇ 'ਚ। ਤੁਸੀਂ ਇਕੱਲੇ ਜੇ ਭਗਤਾਂ ਨੂੰ ਪਾਲੋਗੇ ਤੇ ਸਾਡੇ ਵਰਗੇ ਪਾਪੀਆਂ ਦਾ ਕੀ ਬਣੂ? ਇਸ ਕਰਕੇ ਮਹਾਰਾਜ ਅਸੀਂ ਤਾਂ ਪਾਪੀ ਪਤਤ ਹਾਂ, ਤੇ ਇਹ ਭਰੋਸਾ ਹੈ ਸਾਨੂੰ ਕਿ ਤੁਸੀਂ ਸਾਡੇ ਵਰਗੇ ਪਤਤਾਂ ਨੂੰ, ਪਾਪੀਆਂ ਨੂੰ ਵੀ ਉਧਾਰਨ ਵਾਲੇ ਹੋ। ਬੜਾ ਸੁੰਦਰ ਬਚਨ ਲਿਖਦੇ ਪੰਡਤ ਗੁਲਾਬ ਸਿੰਘ ਜੀ। ਕਹਿੰਦੇ ਮਹਾਰਾਜ ਉਹ ਹਾਥੀ ਫਸਿਆ ਹੋਇਆ ਤਾਲ ਦੇ ਵਿੱਚ, ਤੁਸੀਂ ਉਹਦੇ ਕੋਲੋਂ ਕਮਲ ਦੇ ਫੁੱਲ ਦੀ ਭੇਟਾ ਲਈ, ਨਹੀਂ ਗਿਣਿਆ ਉਹਦੇ ਪਾਪਾਂ ਨੂੰ, ਉਹਨੂੰ ਤਾਰ ਦਿੱਤਾ। ਸੁਦਾਮਾ ਸੀ ਦਲਿੱਦਰੀ, ਨਹੀਂ ਗਿਣਿਆ ਤੁਸੀਂ ਉਹਦੀ ਦਲਿੱਦਰ ਭਾਵ ਨੂੰ, ਉਹਦੇ ਪਾਪ ਕਰਮ ਨੂੰ, ਤੰਦੂ ਲੈ ਕੇ ਉਹਨੂੰ ਤਾਰ ਦਿੱਤਾ। ਕੀ ਮਹਾਰਾਜ ਜੀ ਹੁਣ ਇਹ ਦੁਨੀਆ ਵਾਲੀ ਜਿਹੜੀ ਬਾਣ ਹੈ ਵੀ ਰਿਸ਼ਵਤ ਲੈ ਕੇ ਤਾਰਨ ਵਾਲੀ ਤੁਸੀਂ ਵੀ ਫੜ ਲਈ ਹੈ? ਮਹਾਰਾਜ ਮੇਰੇ ਕੋਲ ਤਾਂ ਨਹੀਂ ਹੈ। ਫਿਰ ਉਹ ਕਹਿੰਦੇ ਮਹਾਰਾਜ ਗਣਕਾਂ ਨੂੰ ਤੁਸੀਂ ਤਾਰਿਆ, ਕਿੱਡੀ ਪਾਪਣ ਸੀ। ਅਜਾਮਲ ਨੂੰ ਕਿੱਡਾ ਵੱਡਾ ਪਾਪੀ ਸੀ ਮਹਾਰਾਜ, ਉਹਨੂੰ ਵੀ ਤੁਸੀਂ ਤਾਰ ਦਿੱਤਾ। ਪਰ ਮਹਾਰਾਜ ਉਹ ਪਾਪੀ ਸੀ, ਤੁਸੀਂ ਪਤਤ ਪਾਵਨ ਹੋ ਕੇ ਉਹਨਾਂ ਨੂੰ ਤਾਰ ਦਿੱਤਾ। ਕਿ ਉਹ ਪਤਤ ਪਾਵਨ ਵਾਲਾ ਬਿਰਦ ਤੁਹਾਡਾ ਉਦੋਂ ਸੀ, ਅੱਜ ਨਹੀਂ ਹੈ? ਜਾਂ ਫਿਰ ਮੈਂ ਉਹਨਾਂ ਵਰਗਾ ਪਾਪੀ ਨਹੀਂ ਆ ਮਹਾਰਾਜ? ਮੈਂ ਤਾਂ ਵੇਖਦਾ ਵੀ ਮੈਂ ਆਪਣੇ ਆਪ ਨੂੰ ਉਹਨਾਂ ਨਾਲੋਂ ਵੀ ਵੱਡਾ ਪਾਪੀ ਗਿਣਦਾ ਹਾਂ। ਤੇ ਮਹਾਰਾਜ ਅੱਜ ਮੇਰੇ ਵੇਰੀ ਤੁਸੀਂ ਬਾਣੀਆਂ ਵਾਂਗੂ ਕਿਤਾਬ ਤਾਂ ਨਹੀਂ ਫੜ ਲਈ, ਹਿਸਾਬ ਕਿਤਾਬ ਤਾਂ ਨਹੀਂ ਕਰਨ ਲੱਗ ਪਏ ਵੀ ਤੇਰੇ ਆਹ ਕਰਮ ਨੇ? ਇਹ ਗੱਲਾਂ ਹੁੰਦੀਆਂ ਭਗਤਾਂ ਦੀਆਂ ਪਰਮੇਸ਼ਰ ਨਾਲ। ਮਹਾਰਾਜ ਮੇਰੇ ਵਾਂਗੂ ਹੁਣ ਬਣੀਏ ਵਾਂਗੂ ਤਾਂ ਨਹੀਂ ਲੇਖਾ ਜੋਖਾ ਕਰਨ ਲੱਗ ਪਏ? ਮਹਾਰਾਜ ਕਿਰਪਾ ਕਰੋ, ਜੇ ਉਹਨਾਂ ਨੂੰ ਤਾਰਿਆ ਸੀ ਅੱਜ ਮੈਨੂੰ ਵੀ ਤਾਰੋ। ਤੁਸੀਂ ਪਤਤ ਪਾਵਨ ਹੋ, ਪਤਤਾਂ ਨੂੰ ਉਧਾਰਨ ਵਾਲੇ ਹੋ। ਤੁਝ ਬਿਨ ਨਾਹੀ ਕੋਏ, ਬਿਨੋ ਮੋਹ ਸਾਰਿਆ। ਮਹਾਰਾਜ ਤੁਹਾਡੇ ਬਿਨਾ ਮੇਰਾ ਕੋਈ ਨਹੀਂ ਹੈ। ਮੈਂ ਤੁਹਾਡੇ ਅੱਗੇ ਹੀ ਆਪਣੀ ਬੇਨਤੀ ਕਰਦਾ ਹਾਂ, ਤੁਹਾਡੇ ਅੱਗੇ ਹੀ ਆਪਣੀ ਜੋਦੜੀ ਕਰਦਾ ਹਾਂ। ਕਰ ਗਹਿਲੇ ਹੋ ਦਇਆਲ, ਸਾਗਰ ਸੰਸਾਰਿਆ। ਮਹਾਰਾਜ ਹੇ ਦਿਆਲੂ ਸਾਹਿਬ ਜੀ, ਮੇਰਾ ਹੱਥ ਫੜੋ ਤੇ ਮੈਨੂੰ ਇਹ ਸੰਸਾਰ ਸਾਗਰ ਤੋਂ ਪਾਰ ਉਤਾਰ ਦਿਓ, ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿਓ। ਮਹਾਰਾਜ ਮੇਰਾ ਹੱਥ ਗ੍ਰਹਿਣ ਕਰੋ, ਪਕੜੋ। ਮੇਰੀ ਆਪ ਜੀ ਦੇ ਚਰਨਾਂ ਵਿੱਚ ਇਹੀ ਅਰਜ਼ੋਈ ਤੇ ਬੇਨਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਮੇਰੇ ਪਾਤਸ਼ਾਹ ਥਾਂ ਪਾ ਲੈਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।